A very sweet morning to all of you students. How are you? I hope all are you fine. So today we will discuss the concept of accounting equation. That's a chapter third. So before start accounting equation, you should know the formula of accounting equation is assets is equal to liability plus capital. So beta chapter start ਕਰਨ ਤੋਂ ਪਹਿਲਾਂ formula ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ assets is equal to liability plus capital. So ਹੁਣ ਆਪਾਂ accounting equation ਦੇ sum ਦੇ start ਕਰਦੇ ਹਾਂ practical question first. Prepare accounting equation on the basis of following. अपने को statement given है, a question ਤੁਹਾਡੇ ਸਾਹਮਣੇ ਬੇਟਾ. For first statement, ਸਲੀਮ started business with cash. ਕਿ ਜਿਹੜਾ ਸਲੀਮ ਆ ਉਹਨੇ ਬਿਜ਼ਨਸ ਸਟਾਰਟ ਕੀਤਾ ਵਾ ਕਿੰਨੀ ਅਮਾਉਂਟ ਦੇ ਨਾਲ 2,50,000 ਦੇ ਨਾਲ. ਸੋ ਬੇਟਾ ਤੁਹਾਨੂੰ ਪਤਾ ਹੋਣਾ ਚਾਹੀਦਾ ਜਦੋਂ ਬਿਜ਼ਨਸ ਸਟਾਰਟ ਹੁੰਦਾ, ਬਿਜ਼ਨਸ ਸਟਾਰਟ ਕਰਨ ਦੇ ਵਿੱਚ ਕੀ ਹੁੰਦਾ, ਇੱਕ ਇਨਵੋਲਵ ਇੱਕ ਕੈਸ਼ ਇਨਵੋਲਵ ਹੁੰਦਾ ਤੇ ਦੂਸਰਾ ਤੁਹਾਡੀ ਕੀ ਹੁੰਦੀ ਇਨਵੋਲਵ ਕੈਪੀਟਲ. ਕੈਸ਼ ਬੇਟਾ ਮਤਲਬ ਆਪਾਂ ਬਿਜ਼ਨਸ ਸਟਾਰਟ ਕੀਤਾ ਵਾ, ਕੈਸ਼ ਬਿਜ਼ਨਸ ਸਟਾਰਟ ਕਰਨ ਦਾ ਮਤਲਬ ਕੀ ਹੋ ਗਿਆ ਕਿ ਜਿਹੜਾ ਪੈਸਾ ਬਿਜ਼ਨਸ ਲੱਗ ਗਿਆ ਉਹ ਗੁੱਡਸ ਆਪਾਂ ਸੇਲ ਕਰੀ ਜਾਵਾਂਗੇ ਤੇ ਸਾਡੇ ਕੋਲ ਕੀ ਆਈ ਜਾਣਾ ਪੈਸਾ. ਉਹ ਜਿਹੜਾ ਪੈਸਾ ਲੱਗਾ ਉਹ ਕਿਸ ਫਾਰਮ 'ਚ ਲੱਗਾ, ਕੈਪੀਟਲ ਦੀ ਫਾਰਮ 'ਚ ਲੱਗਾ. ਕਿਸ ਫਾਰਮ 'ਚ ਲੱਗਾ, ਕੈਪੀਟਲ ਦੀ ਫਾਰਮ 'ਚ. ਸੋ ਇੱਕ ਤੁਹਾਡਾ ਫੈਕਟ ਪੈ ਗਿਆ ਕੈਸ਼ ਤੇ ਦੂਸਰਾ ਫੈਕਟ ਤੁਹਾਡਾ ਕਿੱਥੇ ਪੈ ਗਿਆ, ਕੈਪੀਟਲ ਦੇ ਵੱਲ. ਕਲੀਅਰ ਬੇਟਾ, ਇੱਕ ਕੈਸ਼ ਤੇ ਦੂਸਰਾ ਕੈਪੀਟਲ. ਨਾਓ ਨੈਕਸਟ ਟ੍ਰਾਂਜੈਕਸ਼ਨ, ਬੋਰੋਡ ਕੈਸ਼ ₹40,000 ਫਰੋਮ ਬੈਂਕ. ਬੇਟਾ ਹੁਣ 40,000 ਰੁਪਇਆ ਉਹਨੇ ਕੀ ਕੀਤਾ ਬਿਜ਼ਨਸ ਦੇ ਵਿੱਚ ਬੋਰੋ ਕੀਤਾ ਬੈਂਕ ਕੋਲੋਂ. ਹੁਣ ਆਪਣੇ ਕੋਲ ਤੁਸੀਂ ਚੈੱਕ ਕਰੋ, ਮੈਂ ਤੁਹਾਨੂੰ ਇੱਕ ਰੂਲ ਸਮਝਾਇਆ ਸੀ ਕਿ ਹਰ ਟ੍ਰਾਂਜੈਕਸ਼ਨ ਦਾ ਇਫੈਕਟ ਜਿਹੜਾ ਵਾ ਟੂ ਸਾਈਡਸ ਤੇ ਪੈਂਦਾ ਵਾ. ਚਾਹੇ ਉਸੇ ਵਿੱਚ ਪਲੱਸ ਹੋ ਜਾਵੇ ਦੋ ਵਾਰ, ਚਾਹੇ ਉਸੇ 'ਚ ਮਾਈਨਸ ਹੋ ਜਾਵੇ, ਚਾਹੇ ਲਾਇਬਿਲਿਟੀ ਸਾਈਡ ਤੇ ਪਲੱਸ ਹੋ ਜਾਵੇ, ਚਾਹੇ ਲਾਇਬਿਲਿਟੀ ਸਾਈਡ ਤੇ ਦੋ ਵਾਰ ਮਾਈਨਸ ਹੋ ਜਾਵੇ. ਪੈਣਾ ਬੇਟਾ ਦੋ ਐਟਲੀਸਟ ਟੂ ਫੈਕਟ. 3 ਵੀ ਹੋਊਗੇ ਉਹ ਵੀ ਤੁਹਾਨੂੰ ਮੈਂ ਦੱਸੂਗਾ. 3 ਵਾਲੀ ਸਾਈਡ ਵੀ ਐਟਲੀਸਟ ਟੂ ਫੈਕਟ ਤੇ ਹੋਣਾ ਹੀ ਹੋਣਾ. ਤੁਹਾਨੂੰ ਜ਼ੂਮ ਦੇ ਵਿੱਚ ਦੱਸਿਆ ਸੀ, ਜ਼ੂਮ ਮੀਟਿੰਗ 'ਚ, ਕਿ 3 ਸਾਈਡ ਦੇ ਇਫੈਕਟ ਉਦੋਂ ਪੈਂਦਾ ਜਦੋਂ ਆਪਾਂ ਸੇਲ ਵਗੈਰਾ ਕੋਈ ਟ੍ਰਾਂਜੈਕਸ਼ਨ ਦੀ ਕਰਦੇ ਹੈਗੇ. ਸੋ ਕਹਿਣ ਦਾ ਮਤਲਬ ਹੁਣ 40,000 ਉਹਨੇ ਬੋਰੋ ਕੀਤਾ ਬੈਂਕ ਕੋਲ. ਹੁਣ 40,000 ਬੈਂਕ ਕੋ ਬੋਰੋ ਕਰਨ ਦਾ ਮਤਲਬ ਇੱਕ ਸਾਡਾ ਕੈਸ਼ ਵੱਧ ਗਿਆ, ਬੋਰੋ ਕੀਤਾ ਨਾ ਬੈਂਕ ਕੋਲੋਂ, ਕੈਸ਼ ਆ ਗਿਆ ਆਪਣੇ ਕੋਲ. ਹੁਣ ਬੈਂਕ ਕੋ ਪੈਸਾ ਆਇਆ ਬੇਟਾ, ਬੈਂਕ ਕੋ ਪੈਸਾ ਆਉਣ ਦਾ ਮਤਲਬ ਤੁਹਾਨੂੰ ਪਤਾ ਸਾਡੀ ਓਬਲੀਗੇਸ਼ਨ ਹੈ ਤੇ ਓਬਲੀਗੇਸ਼ਨ ਦਾ ਮਤਲਬ ਇਹ ਸਾਨੂੰ ਪੈਸੇ ਕੀ ਕਰਨੇ ਪੈਣੇ, ਪੇ ਕਰਨੇ ਪੈਣੇ. ਇਹ ਪੈਸੇ ਸਾਨੂੰ ਹੁਣ ਪੇ ਕਰਨੇ ਪੈਣੇ ਬਿਕੋਜ਼ ਇਟਸ ਲਾਇਬਿਲਿਟੀ which are to be paid in the future. That's a financial obligation. Liability which is to be paid, that's a financial obligation which are to be paid. Then ਟੈਲੀਫੋਨ ਬਿੱਲ ਪੇਡ ਇਨ ਕੈਸ਼. ਹੁਣ ਸਲੀਮ ਨੇ ਆਪਣੇ ਬਿਜ਼ਨਸ ਦੇ ਵਿੱਚੋਂ ਕੀ ਕੀਤਾ, ਟੈਲੀਫੋਨ ਬਿੱਲ ਪੇ ਕੀਤਾ. ਜਿਹੜਾ ਉਹਦਾ ਬਿਜ਼ਨਸ ਚੱਲਦਾ ਪਿਆ ਸੀ ਉਹਦੇ ਵਿੱਚੋਂ ਉਹਨੇ ਟੈਲੀਫੋਨ ਬਿੱਲ ਕੀ ਕੀਤਾ, ਪੇ ਕੀਤਾ. ਟੈਲੀਫੋਨ ਬਿੱਲ ਪੇ ਕਰਨ ਦਾ ਮਤਲਬ ਇੱਕ ਤੁਹਾਡਾ ਕੈਸ਼ ਨਿਕਲ ਗਿਆ, ਦੂਸਰਾ ਇਫੈਕਟ ਤੁਹਾਡਾ ਕੈਪੀਟਲ ਦੇ ਉੱਪਰ ਪੈ ਗਿਆ. ਇੱਕ ਤੁਹਾਡਾ ਕੈਸ਼, ਦੂਸਰਾ ਤੁਹਾਡਾ ਕੈਪੀਟਲ. ਕੈਪੀਟਲ ਆਪਣੀ ਡਿਕਰੀਜ਼ ਹੋ ਗਈ ਹੈ, ਖਰਚਾ ਵਾ ਨਾ. ਟੈਲੀਫੋਨ ਬਿੱਲ ਪੇ ਕੀਤਾ, ਇੱਕ ਖਰਚਾ ਵਾ ਤੇ ਖਰਚਾ ਤੁਹਾਨੂੰ ਪਤਾ ਕਿੱਥੋਂ, ਖਰਚਾ ਦਾ ਘਰ ਕਿਹੜਾ ਵਾ, ਕੈਪੀਟਲ ਦੇ ਵਿੱਚੋਂ ਨਿਕਲਦਾ. ਇੱਕ ਕੈਸ਼ ਹੋ ਗਿਆ, ਇੱਕ ਕੈਪੀਟਲ ਹੋ ਗਿਆ. ਦੈਨ ਉਸ ਤੋਂ ਬਾਅਦ ਸਲੀਮ ਪੇਡ ਸਕੂਲ ਫੀਸ ਆਫ ਸਨ ਫਰੋਮ ਬਿਜ਼ਨਸ. ਸਲੀਮ ਨੇ ਆਪਣੇ ਬਿਜ਼ਨਸ ਦੇ ਵਿੱਚੋਂ 15,000 ਰੁਪਏ ਕਿਹਦਾ ਪੇ ਕੀਤਾ ਵਾ, ਬਿਜ਼ਨਸ ਦੇ ਵਿੱਚੋਂ 15,000 ਰੁਪਏ ਆਪਣੇ ਸਨ ਦੀ ਫੀਸ ਪੇ ਕੀਤੀ. ਹੁਣ ਆਪਣੇ ਸਨ ਉਹਦਾ ਬੇਟਾ ਆਪਣਾ ਵਾ, ਬੇਟਾ ਉਹਦਾ ਆਪਣਾ ਵਾ ਤੇ ਆਪਣੇ ਲਈ ਕੋਈ ਚੀਜ਼ ਯੂਜ਼ ਕਰਨਾ, ਦੈਟਸ ਏ ਡਰਾਇੰਗ. ਕੀ ਬੋਲਦੇ ਬੇਟਾ, ਤੁਹਾਨੂੰ ਪਤਾ ਸੀ, ਦੱਸਿਆ ਸੀ ਨਾ, ਪਰਸਨਲ ਯੂਜ਼ ਲਈ ਕੀ ਆ ਜਾਂਦਾ, ਡਰਾਇੰਗ. ਫਿਰ ਕੀ ਪੇ ਕੀਤਾ, ਪੈਸਾ ਜਿੱਥੇ ਆ ਗਿਆ, ਕੈਸ਼ ਆ ਗਿਆ ਤੇ ਕੈਸ਼ ਵਿੱਚੋਂ ਉਹਨੂੰ ਲੈਸ ਹੋ ਗਿਆ ਬਿਕੋਜ਼ ਕੈਸ਼ ਇਜ਼ ਐਨ ਐਸੈਟ. ਤੇ ਦੂਸਰਾ ਇਫੈਕਟ ਕੈਪੀਟਲ ਦੇ ਵਿੱਚੋਂ ਸਾਡੀ ਕੀ ਹੋ ਗਈ, ਡਰਾਇੰਗ ਇਜ਼ ਐਨ ਐਕਸਪੈਂਸ. ਰੀਪੇਡ ਬੈਂਕ ਲੋਨ. ਹੁਣ ਸਲੀਮ ਨੇ ਜਿਹੜਾ ਲੋਨ ਲਿੱਤਾ ਸੀ ਬੇਟਾ 40,000 ਰੁਪਏ ਦਾ, ਉਹਦੇ ਵਿੱਚੋਂ 30,000 ਰੁਪਏ ਦਾ ਉਹਨੇ ਲੋਨ ਕੀ ਕਰ ਦਿੱਤਾ, ਵਾਪਸ ਕਰਤਾ. ਹੁਣ ਕੀ ਇਫੈਕਟ ਪਊਗਾ ਬੇਟਾ, 30,000 ਰੁਪਏ ਵਾਪਸ ਕਰਨ ਨਾਲ ਕੀ ਘਟਿਆ, ਕੈਸ਼ ਘਟ ਗਿਆ. ਦੂਸਰਾ ਜਿਹੜਾ 40,000 ਰੁਪਏ ਦਾ ਬੈਂਕ ਲੋਨ ਮੇਰੀ ਲਾਇਬਿਲਿਟੀ ਸ਼ੋ ਹੋ ਰਹੀ ਸੀ, ਉਸ 40,000 ਦੇ ਲੋਨ ਦੇ ਵਿੱਚੋਂ 30,000 ਰੁਪਏ ਦਾ ਲੋਨ ਮੇਰਾ ਨਿਕਲ ਗਿਆ ਤੇ ਕਿੰਨਾ ਮੇਰਾ ਲੋਨ ਦਾ ਬੈਲੈਂਸ ਬੇਟਾ ਰਹਿ ਗਿਆ ਹਲੇ 10,000. ਇਹ ਤੁਸੀਂ ਧਿਆਨ ਚ ਰੱਖਣਾ, 40,000 ਦਾ ਲੋਨ ਆਪਣਾ ਚੱਲਦਾ ਸੀ, 30,000 ਆਪਾਂ ਪੇ ਕਰਤਾ ਤੇ ਕਿੰਨਾ ਬਚ ਗਿਆ 10,000 ਤੇ 30,000 ਦਾ ਕੈਸ਼ ਉਧਰੋਂ ਮੇਰਾ ਚਲੇ ਗਿਆ. ਦੈਨ ਉਸ ਤੋਂ ਬਾਅਦ ਪਰਚੇਜ਼ ਗੁੱਡਸ ਫॉर ਕੈਸ਼. ਗੁੱਡਸ ਖਰੀਦੀਆਂ ਆਪਾਂ 22,000 ਦੀਆਂ. ਹੁਣ ਆਪਣੇ ਕੋਲ ਕੀ ਆਇਆ, ਇੱਕ ਆ ਗਿਆ ਗੁੱਡਸ ਨੂੰ ਕੀ ਕਹਿੰਦੇ ਆ, ਸਟਾਕ. ਤੇ ਦੂਸਰਾ ਇਫੈਕਟ ਕੀ ਚਲੇ ਗਿਆ, ਹੁਣ ਤੁਸੀਂ ਗੁੱਡਸ ਖਰੀਦੋਗੇ ਨੈਚੁਰਲੀ ਬੇਟਾ ਪੈਸੇ ਦੇਣੇ ਪੈਣੇ, ਪੈਸੇ ਨਾਲ ਤਾਂ ਕੋਈ ਚੀਜ਼ ਮਿਲਦੀ ਨਹੀਂ, ਬਿਨਾਂ ਪੈਸੇ ਨਾਲ ਜਾਂ ਉਧਾਰ ਹੋ ਸਕਦਾ. ਹੁਣ ਇੱਥੇ ਸਾਫ਼ ਸਪੈਸੀਫਿਕ ਮੈਂਸ਼ਨ ਹੈਗਾ ਕਿ ਪਰਚੇਜ਼ ਗੁੱਡਸ ਫॉर ਕੈਸ਼. ਜੇ ਪਰਚੇਜ਼ ਗੁੱਡਸ ਫॉर ਕੈਸ਼ ਹੈ ਇਟ ਮੀਨਸ ਕੈਸ਼ 'ਚ ਪੈਸੇ ਇਨਵੋਲਵ ਹੈ, ਕੈਸ਼ ਨਿਕਲ ਗਿਆ ਤੇ ਆਪਣੇ ਕੋਲ ਕੀ ਆ ਗਿਆ, ਸਟਾਕ ਅਵੇਲੇਬਲ ਆ ਗਿਆ, ਸਟਾਕ ਆ ਗਿਆ. ਕੈਸ਼ 'ਚੋਂ ਮਾਈਨਸ ਹੋ ਗਿਆ ਤੇ ਸਟਾਕ ਸਾਡਾ ਪਲੱਸ ਹੋ ਗਿਆ. ਦੈਨ ਪ੍ਰੋਵਾਈਡ ਰੀਪੇਡ ਦਾ ਬੈਲੈਂਸ ਆਫ ਲੋਨ ਬਾਈ ਇਕੁਅਲ ਅਮਾਉਂਟ ਆਫ ਜਾਰਡਨ. ਕਹਿਣ ਦਾ ਮਤਲਬ ਬੇਟਾ ਕਿ ਜਿਹੜਾ ਬੈਲੈਂਸ ਸੀ ਨਾ ਉਹ ਵਾਪਸ ਕੀਤਾ, ਉਹਨੇ ਪੈਸੇ ਜਾਰਡਨ ਕੋਲੋਂ ਲੈ ਲਏ. 10,000 ਰੁਪਏ ਦਾ ਲੋਨ ਜਿਹੜਾ ਤੁਹਾਡਾ ਬਕਾਇਆ ਬਚਿਆ ਸੀ, ਬੈਲੈਂਸ ਸੀਗਾ ਬੇਟਾ,
ਉਹਦਾ 10,000 ਰੁਪਏ ਦਾ ਉਹਨੇ ਲੋਨ ਵਾਪਸ ਕਰਤਾ। ਲੋਨ ਵਾਪਸ ਕਰਨ ਦਾ ਮਤਲਬ 10,000 ਨਿਕਲ ਗਿਆ, ਨਿਲ ਹੋ ਗਿਆ। ਦੂਸਰਾ ਉਨੀ ਅਮਾਉਂਟ ਉਹਨੇ ਜਾਰਡਨ ਕੋਲੋਂ ਬੋਰੋ ਕਰ ਲਈ, ਉਨੀ ਅਮਾਉਂਟ ਨੇ ਜਾਰਡਨ ਕੋਲੋਂ ਬੋਰੋ ਕਰ ਲਈ। ਹੁਣ ਜਾਨੀ ਬੈਂਕ ਲੋਨ ਦੀ ਜਗ੍ਹਾ ਤੇ ਆਪਾਂ ਨਾਲ ਉਹਦੇ ਕੀ ਨਾਮ ਬੇਟਾ ਸ਼ੋ ਕਰਾਂਗੇ, ਜਾਰਡਨ ਲੋਨ, ਬਿਕੋਜ਼ ਜਾਰਡਨ ਇਜ਼ ਕ੍ਰੇਡੀਟਰ ਵਿਚ ਹੈਜ਼ ਟੂ ਬੀ ਪੇਡ ਇਨ ਰਿਟਰਨ। ਜਾਰਡਨ ਕੋ ਜਿਹੜਾ ਲੋਨ ਹੁੰਦਾ ਉਹਨੂੰ ਸਾਨੂੰ ਵਾਪਸ ਕਰਨਾ ਪੈਣਾ ਰਿਕੁਆਇਰਡ ਹੈ। ਤੇ ਦੂਸਰਾ ਫਿਰ ਕੈਸ਼ ਵੀ ਘਟੂਗਾ। ਹੁਣ 10,000 ਤੁਸੀਂ ਬੇਟਾ ਪੇ ਕਰੋਗੇ ਤੇ ਨੈਚੁਰਲੀ ਤੁਹਾਡਾ ਕੈਸ਼ 10,000 ਵਿੱਚ ਡਿਕਰੀਜ਼ ਹੋਇਆ, ਕੈਸ਼ ਵਿੱਚ 10,000 ਮਾਈਨਸ ਹੋ ਗਿਆ। ਦੂਸਰਾ ਇਫੈਕਟ ਤੁਹਾਡਾ ਲੋਨ ਨਿਕਲ ਗਿਆ, ਲੋਨ ਤੁਹਾਡਾ ਹੁਣ ਖਤਮ ਹੋ ਗਿਆ, ਲੋਨ ਬੈਂਕ ਲੋਨ ਖਤਮ ਹੋ ਗਿਆ। ਹੁਣ ਤੁਹਾਡਾ ਕੀ ਇਫੈਕਟ ਪੈ ਗਿਆ, ਜਾਰਡਨ ਲੋਨ। ਇੱਕ ਨਿਊ ਪਾਰਟਨਰ ਆ ਗਿਆ, ਨਵਾਂ ਪਾਰਟਨਰਸ ਦਾ ਕੀ ਨਾਮ ਰੱਖਤਾ, ਨਿਊ ਕ੍ਰੈਡੀਟਰ ਆ ਗਿਆ, ਦੈਟਸ ਏ ਜਾਰਡਨ ਲੋਨ। ਸੋ ਨੈਕਸਟ ਟ੍ਰਾਂਜੈਕਸ਼ਨ, ਲਾਸਟ ਟ੍ਰਾਂਜੈਕਸ਼ਨ, ਪ੍ਰੋਵਾਈਡ ਇੰਟਰਸਟ ਔਨ ਕੈਪੀਟਲ। ਕਿ ਜਿਹੜੀ ਕੈਪੀਟਲ ਸੀਗੀ ਉਸ ਕੈਪੀਟਲ ਦੇ ਉੱਪਰ ਕੀ ਲਗਾਇਆ ਗਿਆ ਬੇਟਾ, ਇੰਟਰਸਟ। ਉਸ ਕੈਪੀਟਲ ਦੇ ਉੱਪਰ ਕੀ ਚਾਰਜ ਕੀਤਾ ਗਿਆ, ਇੰਟਰਸਟ। ਅੱਛਾ ਮੈਂ ਤੁਹਾਨੂੰ ਦੱਸਿਆ ਸੀ ਇੰਟਰਸਟ ਮਤਲਬ ਬਿਜ਼ਨਸ ਤੇ ਕੈਪੀਟਲ ਲਗਾਇਆ, ਕੈਪੀਟਲ ਦੇ ਉੱਪਰ ਤੁਹਾਨੂੰ ਇੰਟਰਸਟ ਪਊਗਾ। ਇੱਕ ਇਨਕਮ ਤੇ ਇੱਕ ਤੁਹਾਡੇ ਲਈ ਕੀ ਹੋ ਗਿਆ, ਐਕਸਪੈਂਸ ਹੋ ਗਿਆ। ਇਨਕਮ ਕਿੱਦਾਂ ਹੋਈ, ਉਸ ਕੈਪੀਟਲ ਦੇ ਉੱਪਰ ਪੈਸੇ ਮਿਲਨੇ। ਐਕਸਪੈਂਸ ਕਿੱਦਾਂ ਹੋਇਆ, ਉਹ ਕੈਪੀਟਲ ਦਾ ਤੁਹਾਨੂੰ ਇੰਟਰਸਟ ਪੇ ਕਰਨਾ ਪੜ ਰਿਹਾ, ਦੈਟਸ ਏ ਇੰਟਰਸਟ ਔਨ ਕੈਪੀਟਲ। ਸੋ ਬੇਟਾ ਇਹ ਤੁਹਾਡਾ ਪ੍ਰੈਕਟੀਕਲ ਕੁਐਸਚਨ ਦਾ ਫਰਸਟ ਸੀਗਾ। ਹਰ ਕੁਐਸਚਨ ਦੇ ਵਿੱਚ ਤੁਸੀਂ ਹਰ ਟ੍ਰਾਂਜੈਕਸ਼ਨ ਸਾਈਡ ਬਾਈ ਸਾਈਡ ਚੈੱਕ ਕਰਦੇ ਰਹਿਣਾ ਕਿ ਜਿਹੜਾ ਬੈਲੈਂਸ ਹੈ ਉਹ ਤੁਹਾਡਾ ਬੇਟਾ ਇਕੁਅਲ ਹੋਣਾ ਬਹੁਤ ਨੈਸੈਸਰੀ ਹੈ। ਜੇ ਤੁਹਾਡਾ ਬੈਲੈਂਸ ਨਹੀਂ ਇਕੁਅਲ ਆਊਗਾ, ਇਟ ਮੀਨਸ ਤੁਹਾਡੀ ਕੋਈ ਨਾ ਕੋਈ ਟ੍ਰਾਂਜੈਕਸ਼ਨ ਦੇ ਵਿੱਚ ਕੀ ਹੋ ਗਈ ਹੈ, ਗੜਬੜ ਹੋ ਗਈ। ਕਿ ਉਸ ਟ੍ਰਾਂਜੈਕਸ਼ਨ ਨੂੰ ਤੁਸੀਂ ਇਕੁਏਟ ਕਰਨਾ, ਸਾਈਡ ਬਾਈ ਸਾਈਡ ਉਹਨਾਂ ਦਾ ਕਾਊਂਟਰ ਚੈੱਕ ਕਰੀ ਜਾਣਾ, ਟੋਟਲ ਕਰੀ ਜਾਣਾ ਈਚ ਐਂਡ ਐਵਰੀਥਿੰਗ ਕਿ ਬਰਾਬਰ ਆ ਰਹੇ, ਐਵਰੀ ਡੈਬਿਟ ਇਕੁਅਲ ਟੂ ਕ੍ਰੈਡਿਟ। ਹਰ ਡੈਬਿਟ ਹਰ ਕ੍ਰੈਡਿਟ ਦੇ ਕੀ ਹੋਣਾ ਚਾਹੀਦਾ ਵਾ ਬੇਟਾ, ਇਕੁਅਲ ਹੋਣਾ ਚਾਹੀਦਾ। ਤੇ ਜੇ ਨਾ ਇਕੁਅਲ ਆਵੇ ਤੇ ਇਟ ਮੀਨਸ ਤੁਸੀਂ ਕਿਤੇ ਨਾ ਕਿਤੇ ਗਲਤ ਹੋ। ਚਲੋ ਨੈਕਸਟ ਐਗਜ਼ਾਮਪਲ 4, Himanshu commenced business with cash and stock rupees 80,000 and 70। ਹੁਣ ਦੇਖੋ ਉੱਥੇ ਬਿਜ਼ਨਸ ਉਹਨੇ ਸਟਾਰਟ ਕੀਤਾ, ਹੁਣ ਬਿਜ਼ਨਸ ਸਟਾਰਟ ਕੀਤਾ, ਇੱਕ ਕੈਸ਼ ਆ ਗਿਆ ਤੇ ਦੂਸਰਾ ਕੀ ਆ ਗਿਆ, ਸਟਾਕ ਆ ਗਿਆ। ਹੁਣ ਦੇਖੋ ਇੱਥੇ ਕੈਸ਼ ਸਟਾਕ, ਇਹ ਜਿਹੜੀਆਂ ਐਸੈਟਸ, ਤੁਹਾਨੂੰ ਮੈਂ ਇੱਕ ਹੋਰ ਫੈਕਟ ਦੱਸਿਆ ਸੀ ਕਿ ਜੋ ਤੁਸੀਂ ਲਿਖੇ ਜਾਓਗੇ ਉਹ ਬਿਲਕੁਲ ਸਟ੍ਰੇਟ ਫਾਰਵਰਡ ਹੋਣਾ ਚਾਹੀਦਾ। ਕੈਸ਼ ਦੇ ਨੀਚੇ ਕੈਸ਼ ਸ਼ੋ ਹੋਣਾ ਚਾਹੀਦਾ। ਤੁਹਾਨੂੰ ਮੈਂ ਸਮਝਾਈ ਸੀ ਗੱਲ, ਫਾਰਮੈਟ ਵੀ ਮੈਂ ਤੁਹਾਨੂੰ ਮੀਟਿੰਗ ਦੇ ਵਿੱਚ ਦੱਸਿਆ ਸੀ ਕਿ ਬਿਲਕੁਲ ਕੈਸ਼ ਨੀਚੇ ਕੈਸ਼, ਸਟਾਕ ਨੀਚੇ ਸਟਾਕ ਨਜ਼ਰ ਆਉਣਾ ਚਾਹੀਦਾ। ਹੁਣ ਉਹਨੇ ਬਿਜ਼ਨਸ ਸਟਾਰਟ ਕੀਤਾ ਬੇਟਾ ਕੈਸ਼ ਨਾਲ ਤੇ ਸਟਾਕ ਨਾਲ, ਕੈਸ਼ ਦੇ ਨੀਚੇ ਕੈਸ਼ ਲਿਖ ਦਿਓ, ਸਟਾਕ ਦੇ ਨੀਚੇ ਸਟਾਕ ਲਿਖ ਲਓ। ਦੋਨਾਂ ਦਾ ਟੋਟਲ ਕਰਕੇ ਸਟਾਰਟ ਕੀਤਾ ਉਹਨੇ ਕੈਪੀਟਲ ਲਗਾਈ ਹੈ। ਸੋ ਕੈਪੀਟਲ ਇੱਥੇ ਨਾਲ 80,000 70,000 is equal to 1,50,000। Now next fact, purchase goods for cash। उन्होंने goods खरीद लिया, कितने दी goods खरीदियां 35,000 दी। फिर वही सिंपल गल, goods खरीदने नाल अपने कोल की आ गया, स्टॉक आ गया। स्टॉक आ गया, स्टॉक दा मतलब स्टॉक शो कर देना, प्लस स्टॉक कर देना। ते दूसरा फैक्ट की गया, ਗੁੱਡਸ ਖਰੀਦੀਆਂ ਬੇਟਾ। ਗੁੱਡਸ ਖਰੀਦਣ ਨਾਲ ਤੁਹਾਡੇ ਕੋਲ ਕੀ ਚਲੇ ਗਿਆ, ਕੈਸ਼ ਚਲੇ ਗਿਆ ਤੇ ਕੈਸ਼ ਵਿੱਚੋਂ ਕੀ ਹੋ ਗਿਆ, ਤੁਹਾਡਾ ਮਾਈਨਸ ਹੋ ਗਿਆ। ਕੈਸ਼ ਚੋਂ ਮਾਈਨਸ ਕਰਦਾ ਤੇ ਸਟਾਕ ਨਾਲ ਸ਼ੋ ਕਰਦਾ। ਨਵੀਂ ਇਕੁਏਸ਼ਨ ਤੁਹਾਡੀ ਬਣ ਜਾਣੀ, ਕੈਸ਼ ਦੀ ਅਮਾਉਂਟ ਆ ਜਾਣੀ 80,000 ਦੇ ਵਿੱਚੋਂ 35 ਕੀਤਾ 45, ਇੱਧਰ ਤੁਹਾਡਾ ਸਟਾਕ 70,000, 35 ਦਾ ਸਟਾਕ ਤੁਹਾਡਾ ਹੋਰ ਆ ਗਿਆ। ਸੋ ਤੁਹਾਡਾ ਸਟਾਕ ਕਿੰਨੇ ਦਾ ਹੋ ਗਿਆ ਬੇਟਾ, 1,05,000 ਦਾ। ਸੋ ਆਈ ਹੋਪ ਆਲ ਆਰ ਯੂ ਅੰਡਰਸਟੈਂਡ ਕਿ ਇਕੁਏਸ਼ਨ ਸਾਈਡ ਬਾਈ ਸਾਈਡ ਇਕੁਅਲ ਕਿੱਦਾਂ ਹੁੰਦੀ ਪਈ ਹੈ, ਡੈਬਿਟ ਕ੍ਰੈਡਿਟ ਦੇ ਇਕੁਅਲ ਕਿੱਦਾਂ ਹੁੰਦੀ ਪਈ ਹੈ। ਅੰਡਰਸਟੈਂਡ ਬੇਟਾ। ਸੋ ਨੈਕਸਟ, ਸੋਲਡ ਗੁੱਡਸ। ਹੁਣ ਆਪਾਂ ਗੁੱਡਸ ਵੇਚਦੀਆਂ 16,000 ਦੀਆਂ ਗੁੱਡਸ ਕਿੰਨੇ ਚ ਵੇਚਦੀਆਂ, 20,000 ਚ ਵੇਚਦੀਆਂ। 16,000 ਦੀਆਂ ਗੁੱਡਸ ਆਪਾਂ ਕਿੰਨੇ ਚ ਵੇਚਦੀਆਂ ਬੇਟਾ, 20,000 ਚ ਸੇਲ ਕਰਤੀਆਂ। ਹੁਣ 16 ਦੀ ਜੀ 20 ਵੇਚੋਗੇ, ਨੈਚੁਰਲੀ 4,000 ਦਾ ਤੁਹਾਨੂੰ ਕੀ ਹੋ ਗਿਆ, ਪ੍ਰੋਫਿਟ ਹੋ ਗਿਆ। 4,000 ਦਾ ਪ੍ਰੋਫਿਟ ਹੋਣ ਦਾ ਮਤਲਬ ਉਹ ਕੈਪੀਟਲ ਦੇ ਵਿੱਚ ਆਪਣਾ 4,000 ਪ੍ਰੋਫਿਟ ਪਲੱਸ ਹੋ ਗਿਆ। ਤੇ ਦੂਸਰਾ ਫੈਕਟ, ਤੁਹਾਡਾ ਸਟਾਕ ਘਟ ਗਿਆ। ਸਟਾਕ ਘਟਣ ਦਾ ਮਤਲਬ ਸਟਾਕ ਚੋਂ ਮਾਈਨਸ ਹੋ ਗਿਆ। ਹੁਣ ਆਪਣੇ ਕੋਲ ਆਇਆ ਕੀ ਹੈ, ਕੈਸ਼ ਆ ਗਿਆ। ਗੁੱਡਸ ਵੇਚੀਏ 16,000 ਦੀ, 20,000 ਚ ਵੇਚੀਏ ਤੇ 20,000 ਕੈਸ਼ ਆ ਗਿਆ। 20,000 ਕੈਸ਼ ਆਉਣ ਦਾ ਮਤਲਬ 20,000 ਪਲੱਸ ਹੋ ਗਿਆ ਤੇ 16,000 ਰੁਪਏ ਮਾਈਨਸ ਹੋ ਗਿਆ। ਸਟਾਕ 16,000 ਦਾ ਘਟ ਗਿਆ ਤੇ 20,000 ਰੁਪਏ ਸਾਡੇ ਕੋਲ ਕੈਸ਼ ਆ ਗਿਆ ਤੇ 4,000 ਦਾ ਪ੍ਰੋਫਿਟ। ਤੁਹਾਨੂੰ ਮੈਂ ਕੀ ਸੀ ਗੱਲ ਬੇਟਾ ਸਮਝਾਇਆ ਸੀ ਕਿ ਜਿਹੜਾ ਫੈਕਟਰ ਸਮ ਟਾਈਮਸ 3 ਵੀ ਆ ਸਕਦਾ ਵੈਨ ਟ੍ਰਾਂਜੈਕਸ਼ਨ ਆਫ ਸੇਲ ਇਜ਼ ਟੂ ਬੀ ਅਕਰਡ, ਕਿ ਜਦੋਂ ਸੇਲ ਦੀ ਟ੍ਰਾਂਜੈਕਸ਼ਨ ਆਊਗੀ ਉਸ ਟਾਈਮ ਤੇ ਬੇਟਾ ਜਿਹੜਾ ਸਾਡੀ ਵਾ ਇਫੈਕਟ ਜਿਹੜਾ 3 ਇਫੈਕਟ ਪੈ ਸਕਦੇ ਆ। 1 ਇਜ਼ ਟੂ ਬੀ ਪ੍ਰੋਫਿਟ ਲਾਸ, ਸੇਲ ਸਟਾਕ ਘਟ ਗਿਆ ਔਰ ਪੈਸਾ ਆਇਆ, ਗੁੱਡਸ ਵੇਚੀਆ ਪੈਸਾ ਆ ਗਿਆ, ਉਹ ਪੈਸਾ ਨੂੰ ਤੁਸੀਂ ਇੱਥੇ ਸ਼ੋ ਕਰ ਦਿੱਤਾ। ਦੈਨ ਪਰਚੇਸ ਗੁੱਡਸ ਔਨ ਕ੍ਰੈਡਿਟ। ਗੁੱਡਸ ਆਪਾਂ ਉਧਾਰ ਖਰੀਦਿਆ। ਹੁਣ ਗੁੱਡਸ ਉਧਾਰ ਖਰੀਦਾਂਗੇ, ਜਿਸ ਬੰਦੇ ਕੋ ਉਧਾਰ ਖਰੀਦਾਂਗੇ ਕੌਣ ਬਣ ਜਾਊਗਾ ਸਾਡਾ, ਕ੍ਰੈਡਿਟ ਖਰੀਦਣ ਤੇ ਕ੍ਰੈਡਿਟਰ। ਯਾਦ ਰੱਖਣਾ, ਇੱਕ ਸਾਡਾ ਸਟਾਕ ਵੱਧ ਗਿਆ ਤੇ ਦੂਸਰਾ ਇਫੈਕਟ ਸਾਡਾ ਡੈਟਰ ਵੱਧ ਗਿਆ। ਇੱਕ ਸਟਾਕ ਤੇ ਦੂਸਰਾ ਸਾਡਾ ਕ੍ਰੈਡਿਟਰ, ਸੌਰੀ ਡੈਟਰ ਨਹੀਂ ਬੇਟਾ, ਕ੍ਰੈਡਿਟਰ। ਨੈਕਸਟ 28,000 ਦੀ ਗੁੱਡਸ 24,000 ਚ ਵੇਚੀਆਂ, ਪਰ ਵੇਚੀਆਂ ਹੁਣ ਬੇਟਾ ਪਹਿਲਾਂ ਵੇਚੀਆਂ ਸੀ ਆਪਾਂ ਕੈਸ਼ ਵਿੱਚ, ਪਹਿਲਾਂ ਆਪਾਂ ਸੇਲ ਕੀਤੀਆਂ ਸੀ ਗੁੱਡਸ ਔਨ ਕੈਸ਼। ਨਾਓ ਹੁਣ ਗੁੱਡਸ ਸੋਲਡ ਕੀਤੀਆਂ ਕ੍ਰੈਡਿਟ ਦੇ ਵਿੱਚ। 28 ਦੀ ਗੁੱਡਸ 24 ਚ ਕੀਤੀਆਂ, 4,000 ਦਾ ਕੀ ਹੋ ਗਿਆ, ਲਾਸ ਹੋ ਗਿਆ। ਉਹ ਲਾਸ ਬੇਟਾ ਕਿਹਦੇ ਵਿੱਚੋਂ ਮਾਈਨਸ ਹੋਣਾ, ਕੈਪੀਟਲ ਦੇ ਵਿੱਚੋਂ। ਲਾਸ ਤੁਹਾਡਾ ਕੈਪੀਟਲ ਦੇ ਵਿੱਚੋਂ ਲੈਸ ਹੋ ਗਿਆ। ਦੂਸਰਾ ਇਫੈਕਟ, ਸਟਾਕ ਤੁਹਾਡਾ ਕਿੰਨੇ ਦਾ ਘਟ ਗਿਆ, 24,000 ਦਾ ਸਟਾਕ ਤੁਹਾਡਾ ਰਿਡਿਊਸ ਹੋ ਗਿਆ। ਦੈਨ ਸਟਾਕ ਰਿਡਿਊਸ ਹੋਣ ਤੋਂ ਬਾਅਦ 28,000 ਦੇ ਬੁੱਕ ਦੇ ਵਿੱਚ ਆਪਾਂ ਕੀ ਸ਼ੋ ਕਰ ਦਿੰਦੇ ਆ, ਡੈਟਰ। 28,000 ਦਾ ਸਾਡਾ
ਸਟਾਕ 24000 ਦੇ ਸਾਡੇ ਡੈਟਰ ਕੀ ਆ ਹੁਣ ਸ਼ੋ ਹੋ ਗਏ। ਨਾਓ ਨੈਕਸਟ ਟ੍ਰਾਂਜੈਕਸ਼ਨ ਗੁੱਡ ਲਾਸ ਬਾਈ ਫਾਇਰ, ਤੁਹਾਡੀਆਂ ਗੁੱਡਸ ਜਿਹੜੀਆਂ ਸੀਗੀਆਂ ਉਹਨਾਂ ਨੂੰ ਅੱਗ ਲੱਗ ਗਈ, ਡਿਸਟਰੋਏ ਬਾਈ ਫਾਇਰ, ਲਾਸ ਹੋ ਗਿਆ, ਇੱਕ ਸਟਾਕ ਘਟ ਗਿਆ, ਬਿਲਕੁਲ ਸਿੰਪਲ ਜੀ ਗੱਲ ਹੈ।